ਨਵਨੀਤ ਜੀ, ਮੈਨੂੰ ਤੇ ਚਿੱਠੀ ਲਿਖਣ ਦੇ ਪਿੱਛੇ ਮਨਸ਼ਾ ਕੀ ਹੈ ਸਾਨੂੰ ਸਭ ਤੋਂ ਪਹਿਲਾਂ ਤਾਂ ਉਹ ਸਮਝਣਾ ਪਏਗਾ। ਔਰ ਇੱਕ ਬੜੀ ਹਾਸੋਹੀਣ ਜੀ ਲੱਗਦੀ ਹੈ ਕਿ ਤੁਸੀਂ 10 ਲਗਭਗ 10 ਸਾਲ ਹੋਣ ਲੱਗੇ ਨੇ ਔਜਲਾ ਸਾਹਿਬ ਨੂੰ ਐਮਪੀ ਬਣਿਆ ਨੂੰ, ਤੇ ਤੁਸੀਂ 10 ਸਾਲ ਬੜੇ ਵੇ ਲੈਣ ਗਏ ਹੋਏ ਸੀਗੇ। ਹੈ ਕੀ ਕਰਦੇ ਪਏ ਸੀ 10 ਸਾਲ ਤੁਸੀਂ? ਅੱਜ ਤੁਹਾਨੂੰ 10 ਸਾਲ ਬਾਅਦ ਚੇਤਾ ਆਇਆ ਕਿ ਚਲੋ ਮੇਰੇ ਖਿਆਲ ਨਾਲ 5 ਸਾਲ ਹੋਏ ਆ, 17 ਚੋਂ ਐਮਪੀ ਬਣੇ ਸੀ ਬਾਈ ਇਲੈਕਸ਼ਨ ਦੇ ਵਿੱਚ। ਪਰ ਸਵਾਲ ਵੱਡਾ ਹੈ ਕਿ 5 ਸਾਲਾਂ ਚ ਕੀਤਾ ਕੀ? ਬਿਲਕੁਲ ਸੌਰੀ 5 ਸਾਲ ਲਾ ਲਓ, ਚਲੋ 5 ਸਾਲ ਤਾਂ ਮੈਨੂੰ 17 ਚ ਮਨਿੰਦਰ ਸਿੰਘ ਜੀ ਦੇ ਬਾਅਦ ਆਏ ਸਨ। ਮੈਨੂੰ ਇਹ ਦੱਸਣ ਕਿ 5 ਸਾਲ ਕੀ ਕਰਦੇ ਰਹੇ। ਔਰ ਫਿਰ ਮਜ਼ੇਦਾਰ ਗੱਲ ਕੀ ਹੈ ਕਿ ਜਿਸ ਪਾਰਟੀ ਦੇ ਤੁਸੀਂ ਮੈਂਬਰ ਆਫ ਪਾਰਲੀਮੈਂਟ ਹੋ, ਉਸੇ ਪਾਰਟੀ ਦੀ ਸਰਕਾਰ ਸੀ ਪੰਜਾਬ 'ਚ। ਜੇ ਤੁਹਾਨੂੰ ਇੰਨਾ ਹੀ ਦਰਦ ਸੀਗਾ ਪੰਜਾਬ ਦੇ ਨਾਲ ਕਿ ਡਰੱਗਸ ਦਾ ਮਾਫੀਆ, ਡਰੱਗਸ ਦਾ ਇਸ਼ੂ ਦੇ ਔਰ ਦੂਸਰੇ ਦੇ ਇਸ਼ੂਜ਼ ਉਹਨਾਂ ਨੇ ਉਠਾਏ ਨੇ, ਤੇ ਤੁਸੀਂ 5 ਸਾਲ ਆਪਣੀ ਸਰਕਾਰ ਵੇਲੇ ਧਰਨਾ ਕਿਉਂ ਨਹੀਂ ਲਾਇਆ? ਤੁਸੀਂ ਇੱਕ ਵੀ ਚਿੱਠੀ 5 ਸਾਲ 'ਚ ਲਿਖੀ ਆਪਣੀ ਸਰਕਾਰ ਨੂੰ? ਇੱਕ ਵੀ ਇਸ਼ੂ ਉਠਾਇਆ ਆਪਣੀ ਸਰਕਾਰ ਅੱਗੇ ਕਿ ਬਈ ਮੇਰੇ ਅੰਮ੍ਰਿਤਸਰ ਦੇ ਵਿੱਚ ਆ ਕੁਝ ਹੁੰਦਾ ਪਿਆ ਵਾ, ਦੜੇ ਸੱਟੇ ਲੱਗਦੇ ਪਏ ਨੇ, ਸਾਰਾ ਕੁਝ ਹੋ ਰਿਹਾ, ਨਾ ਪੁਲਿਸ ਕੰਮ ਕਰਦੀ ਪਈ ਹੈ, ਨਾ ਐਡਮਿਨਿਸਟ੍ਰੇਸ਼ਨ ਕੰਮ ਕਰਦੀ ਹੈ, ਨਾ ਪੋਲੀਟੀਸ਼ੀਅਨ ਕੰਮ ਕਰਦੇ ਆ। ਤੁਹਾਨੂੰ ਉਸ ਵੇਲੇ ਚੇਤਾ ਨਹੀਂ ਆਇਆ ਕਿ ਵੀ ਮੇਰੀ ਸਰਕਾਰ ਹੈ ਤੇ ਮੈਂ ਆਪਣੀ ਸਰਕਾਰ ਕੋਲ ਕਰਾਵਾਂ? ਬਲਕਿ ਸਭ ਤੋਂ ਬੈਸਟ ਓਪਰਚੁਨਿਟੀ ਹੁੰਦੀ ਹੈ ਰੂਲਿੰਗ ਪਾਰਟੀ ਦਾ ਕੋਈ ਵੀ ਬੰਦਾ ਹੋਵੇ, ਉਸ ਦੇ ਵਾਸਤੇ ਤੇ ਅਪਰੋਚ ਹੀ ਸਿੱਧੀ ਹੁੰਦੀ ਹੈ ਜੀ। ਦੂਜੀਆਂ ਪਾਰਟੀਆਂ ਦਾ ਕੋਈ ਮੈਂਬਰ ਆਫ ਪਾਰਲੀਮੈਂਟ ਉਹਦਾ ਕਹਿੰਦਾ ਦੇਖੋ ਮੇਰੀ ਸਰਕਾਰ ਨੇ ਮੰਨੀ ਨਹੀਂ, ਪਰ ਤੁਸੀਂ ਤੇ ਉਸੇ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਸੀਗੇ। ਸੋ ਮੈਂ ਸਮਝਦਾ ਹੈਗਾ ਇਹ ਸਿਰਫ ਸਿਰਫ ਤਮਾਸ਼ਬੀਨੀ ਕੀਤੀ ਹੈ। ਕਿਉਂ? ਵਜ੍ਹਾ ਕੀ ਹੈ ਸਰ, ਇਨ ਸਭ ਕਿਉਂ ਕੀਤੀ ਗਈ ਹੈ? ਮੈਂ ਦੱਸਦਾ ਨਾ ਜੀ, ਇਹ ਕਾਂਗਰਸ ਦੀ ਜਿਹੜੀ ਸਰਕਸ ਚੱਲਦੀ ਪਈ ਹੈ ਨਾ ਪੰਜਾਬ ਦੇ ਵਿੱਚ, ਇੱਕ ਕਾਮੇਡੀ ਸਰਕਸ ਚੱਲਦੀ ਹੈ, ਇੱਕ ਕਾਂਗਰਸ ਸਰਕਸ ਚੱਲਦੀ ਹੈਗੀ ਹੈ। ਇਹ ਉਸੇ ਦਾ ਹਿੱਸਾ ਹੈ। ਇਹਨਾਂ ਦੇ ਵਿੱਚ ਦੌੜ ਲੱਗੀ ਹੋਈ ਹੈ ਕਿ ਮੈਂ ਲਾਈਮਲਾਈਟ 'ਚ ਕੌਣ ਰਹਿ ਸਕਦਾ। ਆਪਣੀ ਹੋਣ ਬਚਾਉਣ ਲੱਗੇ ਹੋਏ ਨੇ। ਮੈਨੂੰ ਦੱਸੋ ਜੇ ਤੁਸੀਂ 5 ਸਾਲ ਮੈਂਬਰ ਆਫ ਪਾਰਲੀਮੈਂਟ ਰਹਿ ਗਏ ਹੋ, ਤੁਸੀਂ ਹੁਣ ਤੱਕ ਕੀਤਾ ਕੀ ਸੀਗਾ? ਅੱਜ ਤੁਹਾਨੂੰ 5 ਸਾਲ ਬਾਅਦ ਜੋ ਤੁਹਾਡੀ ਸਰਕਾਰ ਜਾਣ ਵਾਲੀ ਹੈ ਔਰ ਤੁਹਾਨੂੰ ਪਤਾ ਹੈ ਕਿ ਹੁਣ ਵਾਪਸ ਨਹੀਂ ਆਣੀ, ਅੱਜ ਤੁਸੀਂ ਚਿੱਠੀ ਲਿਖਦੇ ਪਏ ਹੋ। ਤੁਸੀਂ ਕਿਉਂ ਨਹੀਂ ਪਹਿਲਾਂ ਧਰਨਾ ਲਗਾਇਆ ਆਪਣੇ ਕਮਿਸ਼ਨਰ ਦੇ? ਕਿਉਂ ਨਹੀਂ ਲਾਇਆ ਆਪਣੇ ਐਸਐਸਪੀ ਦੇ? ਕਿਉਂ ਨਹੀਂ ਲਾਇਆ ਤੁਸੀਂ ਉੱਥੇ ਸਰਕਾਰ ਦੇ ਆਪਣੇ ਚੀਫ ਸੈਕਟਰੀ ਦੇ, ਡੀਜੀਪੀ ਦੇ? ਹੁਣ ਤੁਹਾਨੂੰ ਚੇਤਾ ਹੈ ਜੋ ਤੁਹਾਡੀ ਸਰਕਾਰ ਜਾ ਰਹੀ ਹੈ ਕਿਉਂਕਿ ਤੁਸੀਂ ਮਿਲੇ ਹੋਏ ਸੀਗੇ। ਔਜਲਾ ਸਾਹਿਬ, ਮੈਂ ਸਿੱਧਾ ਕਹਿਣਾ, ਯੂ ਆਰ ਇਕੁਅਲੀ ਰਿਸਪੌਂਸਿਬਲ। ਪੰਜਾਬ ਦੀ ਜਵਾਨੀ ਨੂੰ ਰੋਲਣ ਵਾਸਤੇ ਤੁਸੀਂ ਬਰਾਬਰ ਦੇ ਜ਼ਿੰਮੇਵਾਰ ਹੋ। ਤੁਹਾਡੀ ਪਾਰਟੀ ਨੇ ਸਹੁੰ ਖਾਧੀ ਸੀ ਕਿ ਅਸੀਂ 5 ਸਾਲਾਂ 'ਚ ਨਸ਼ਾ ਖਤਮ ਕਰਾਂਗੇ। ਨਸ਼ਾ ਖਤਮ ਨਹੀਂ ਕੀਤਾ, ਤੁਸੀਂ ਘਰ ਡਿਲੀਵਰੀ ਕਰਾਈ ਹੈ। ਤੁਹਾਡੇ ਮੈਂਬਰ ਐਮਐਲਏ ਕਹਿੰਦੇ ਰਹੇ ਕਿ ਘਰ ਡਿਲੀਵਰੀ ਹੋ ਰਹੀ ਹੈ, ਅਸੀਂ ਪਿੱਟ ਮਾਰ ਕੇ ਘਰ ਡਿਲੀਵਰੀ ਹੋ ਰਹੀ ਹੈ, ਲੇਕਿਨ ਤੁਹਾਡੇ ਕੰਨਾਂ ਤੇ ਜੂੰ ਨਹੀਂ ਰਹਿੰਗੀ। ਅੱਜ ਜੋ ਤੁਹਾਨੂੰ ਪਤਾ ਸੱਤਾ ਜਾ ਰਹੀ ਹੈ, ਹੁਣ ਤੁਸੀਂ ਆਪਣੇ ਆਪ ਨੂੰ ਪੋਜੀਸ਼ਨਿੰਗ ਕਰਦੇ ਪਏ ਹੋ ਕਿ ਵੀ ਅਸੀਂ ਕਿਵੇਂ ਸੈਂਟਰ ਸਟੇਜ ਤੇ ਰਹਿ ਸਕਦੇ ਹਾਂ। ਸਵੈ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ ਕਿ ਇਹਦੇ ਵਾਸਤੇ ਐਮਪੀ ਹੋਣ, ਐਮਐਲਏ ਹੋਣ, ਸਰਪੰਚ ਹੋਣ, ਸਾਰੇ ਹੋਣ, ਤੇ ਸਾਰੇ ਲੋਕਾਂ ਨੂੰ ਇਹ ਕਰਨਾ ਪਏਗਾ। ਤੇ 5 ਸਾਲ ਤੁਸੀਂ ਕੀ ਕਰਦੇ ਪਏ ਸੀਗੇ? ਕਿਉਂ ਨਹੀਂ ਉਦੋਂ ਇਹ ਹੁੱਲਾ ਮਾਰਿਆ? ਤੁਹਾਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਸੀਗਾ। ਸਰਕਾਰ ਤੁਹਾਡੀ ਐਸਟੀਐਫ ਤੁਸੀਂ ਬਣਾਈ, 5 ਸਾਲ ਦੇ ਵਿੱਚ ਤੁਸੀਂ ਉਹਨੂੰ ਭੰਗ ਕਰਕੇ ਬਣਾ ਛੱਡਿਆ, ਡਬਲ ਸਟੈਂਪ ਬਣਾ ਕੇ ਤੁਸੀਂ ਵਰਤੇ ਅਫਸਰਾਂ ਨੂੰ। ਔਰ ਹੁਣ ਤੁਸੀਂ ਅੱਜ ਕਹਿੰਦੇ ਕਿ ਸਾਰੇ ਜਨਤਾ ਲੱਗੇਗੀ, ਤਾਂ ਸਮੱਸਿਆ ਹੋਗੀ। ਐਸੀ ਕੋਈ ਤਾਂ ਨਹੀਂ ਹੈ, ਬਹੁਤ ਗੰਭੀਰ ਸਮੱਸਿਆ ਹੈਗੀ ਹੈ। ਪੁਆਇੰਟ ਵਾਲੀ ਗੱਲ ਕਰਤੀ, ਸੈਂਟਰਲਾਈਜ਼ ਕਰਨਾ ਆਪਣੇ ਆਪ ਨੂੰ। ਦੇਖੋ ਬਦਵਾ ਜੀ, ਮੈਂ ਜਿਹੜੀ ਗੱਲ ਕਹਿ ਰਿਹਾ ਕਿ ਇਹ ਕਾਂਗਰਸ ਵਿੱਚ ਨਾ ਸਰਕਸ ਚੱਲਦੀ ਪਈ ਹੈ। ਦੇਖੋ ਹਰ ਨੇਤਾ ਅਲੱਗ-ਅਲੱਗ ਬਿਆਨ ਦਿੰਦਾ ਪਿਆ ਔਰ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਲੈ ਰਿਹਾ। ਮਜ਼ੇਦਾਰ ਗੱਲ ਇਹ ਹੈ ਜੇ ਚੰਨੀ ਸਾਹਿਬ ਆਏ ਤੇ ਜੀ ਪੌਣੇ 5 ਸਾਲ ਭੁੱਲ ਗਏ, ਮੇਰੇ ਤੇ 111 ਦਿਨ ਨੇ। ਮੰਤਰੀ ਤੁਸੀਂ ਰਹੇ ਹੋ 5 ਸਾਲ, ਪੌਣੇ 5 ਸਾਲ ਜਿਹੜਾ ਤੁਸੀਂ ਰਿਹਾ, ਕੈਪਟਨ ਸਾਹਿਬ ਦਾ ਟਾਈਮ ਰਿਹਾ, ਉਦੋਂ ਮੰਤਰੀ ਪਦ ਦਾ ਤੁਸੀਂ ਲਾਭ ਉਠਾਇਆ ਔਰ ਮੰਤਰੀ ਬਣ ਕੇ ਤੁਸੀਂ ਗੱਡੀਆਂ 'ਚ ਘੁੰਮਦੇ ਰਹੇ ਹੋ। ਸੋ ਇਹ ਸਵਾਲ ਇਹ ਹੈਗਾ ਕਿ ਇਸ ਵੇਲੇ ਕਾਂਗਰਸ ਜਿਹੜੀ ਹੈਗੀ ਹੈ ਟੋਟਲੀ ਜਿਹੜੀ ਹੈਗੀ ਹੈ ਖਤਮ ਹੋਣ ਵਾਲੀ ਹੈ ਪੰਜਾਬ ਦੇ ਵਿੱਚ। ਇਹਨਾਂ ਤੇ ਕੋਈ ਲਗਾਮ ਹੀ ਨਹੀਂ ਰਹੇਗਾ। ਬਿਕੋਜ਼ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਕਾਂਗਰਸ ਦੀ ਹੈਗੀ ਹੈ ਕਿ ਇਹਨਾਂ ਦਾ ਕਮਜ਼ੋਰ ਨੇਤृत्व ਜਿਹੜਾ ਸੈਂਟਰ 'ਚ ਹੈਗਾ। ਰਾਹੁਲ ਗਾਂਧੀ ਨੂੰ ਕੋਈ ਅਸੈਪਟ ਕਰਨ ਨੂੰ ਤਿਆਰ ਨਹੀਂ। ਸਵੈ ਸਾਹਿਬ, ਅੱਜ ਤੁਹਾਨੂੰ ਕੀ ਹੋਇਆ? ਮੈਂ ਤੇ ਤੁਹਾਡੀ ਸ਼ਬਦਾਵਲੀ ਸੁਣ ਕੇ ਬਹੁਤ ਜ਼ਿਆਦਾ ਆਹਤ ਹੋਇਆ ਹਾਂ। ਤੁਸੀਂ ਇੰਨੇ ਸਿਆਣੇ ਔਰ ਅੱਜ ਤੁਸੀਂ ਕਹਿੰਦੇ ਹੋ ਜੀ ਲੋਕਾਂ ਨੂੰ ਕਰਨਾ ਪਏਗਾ। ਮੈਨੂੰ ਇੱਕ ਚੀਜ਼ ਦੱਸੋ, ਜਿੱਥੇ ਪੋਲੀਟੀਕਲ ਵਿਲ ਹੋਵੇਗਾ ਉਸਨੂੰ ਕਿਸੇ ਇਸ਼ੂ ਨੂੰ ਖਤਮ ਕਰਨ ਦੀ, ਔਰ ਸੱਤਾ ਦੇ ਵਿੱਚੋਂ ਪਾਰਟੀ ਹੋਵੇ, 2 ਦਿਨ ਦੇ ਵਿੱਚ ਉਹ ਮਸਲੇ ਹੱਲ ਹੋ ਜਾਂਦੇ ਨੇ। ਤੁਸੀਂ ਫੜੇ ਜਿਹੜੇ ਡਰੱਗ ਲੈਂਦੇ ਸੀਗੇ, ਚਲੋ ਉਹਨਾਂ ਨੂੰ ਫੜ ਲਿਆ, ਉਹ ਚੇਨ ਤੇ ਅੱਗੇ ਚੱਲ ਪੈਂਦੀ। ਤੁਸੀਂ ਤਾਂ ਉਹਨੂੰ ਫੜ ਕੇ ਉੱਥੇ ਬੰਦ ਕਰ ਦਿੱਤਾ ਕੇਸ। ਉਹਨੇ ਕਿਹਦੇ ਕੋਲ ਲਿੱਤੀ, ਉਹਦੇ ਕੋਲ ਕਿੱਥੋਂ ਆਈ ਐਂਡ ਤੱਕ ਪਹੁੰਚਣ 'ਚ ਪੁਲਿਸ ਵਾਸਤੇ ਕੀ ਔਖਾ ਕੰਮ ਸੀਗਾ? ਇਹ ਜੋ ਪੋਲੀਟੀਕਲ ਵਿਲ ਚਾਹੀਦੀ ਸੀਗੀ, ਤੁਹਾਡੀ ਪੋਲੀਟੀਕਲ ਕਾਂਗਰਸ ਪਾਰਟੀ ਦੀ ਵਿਲ ਹੀ ਹੈ ਨਹੀਂ ਸੀਗੀ ਇਸ ਨਸ਼ੇ ਨੂੰ ਖਤਮ ਕਰਨਾ, ਕਿਉਂਕਿ ਤੁਹਾਡੇ ਆਪ ਦੇ ਨੇਤਾ ਉਹਦੇ 'ਚ ਇਨਵੋਲਵਡ ਸਨ, ਤੁਹਾਡੇ ਆਪ ਦੇ ਐਮਐਲਏ ਇਨਵੋਲਵਡ ਸਨ, ਤੁਹਾਡੇ ਆਪ ਦੇ ਮੰਤਰੀ ਇਨਵੋਲਵਡ ਸਨ। ਤੁਹਾਨੂੰ ਤੇ ਪੈਸੇ ਬਣਾਉਣ ਦੇ ਇਲਾਵਾ ਕੰਮ ਹੀ ਕੋਈ ਨਹੀਂ ਸੀਗਾ।
ਤੁਸੀਂ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਂਦੇ ਰਹੇ, ਅਸੀਂ ਐਸਟੀਐਫ ਬਣਾਤੀ, ਅਸੀਂ ਇਹ ਕਰਤਾ ਉਹ ਕਰਤਾ। ਮੈਨੂੰ ਇੱਕ ਵੀ ਚੀਜ਼ ਦੱਸੋ ਤੁਸੀਂ ਇੱਕ ਵੀ ਚੇਨ ਪੂਰੀ ਕੀਤੀ ਹੋਵੇ, ਇੱਕ ਕੇਸ ਵੀ ਚੇਨ ਜਿਹੜੀ ਹੈਗੀ ਹੈ ਤੁਸੀਂ ਪਿੱਛੇ ਨੂੰ ਚਲਾਈ ਹੋਵੇ ਤੇ ਲੈ ਵੀ ਆ ਇੱਥੋਂ ਸ਼ੁਰੂ ਹੋਇਆ ਸੀਗਾ ਕੰਜ਼ਿਊਮਰ ਤੋਂ, ਅਸੀਂ ਕੰਜ਼ਿਊਮਰ ਤੋਂ ਫੜਦੇ ਫੜਦੇ ਫਲਾਣੇ ਬੰਦੇ ਤੱਕ ਪਹੁੰਚ ਗਏ ਆ। ਇੱਕ ਵੀ ਕੇਸ ਤੁਸੀਂ ਨਹੀਂ ਦੇ ਸਕਦੇ 5 ਸਾਲਾਂ ਦੇ ਵਿੱਚ। ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ। ਲੋਕਾਂ ਨੂੰ ਬੇਵਕੂਫ ਬਣਾਉਣ ਦੇ ਇਲਾਵਾ ਤੁਸੀਂ ਕੋਈ ਕੰਮ ਨਹੀਂ ਕੀਤਾ। ਔਰ ਹੁਣ ਤੁਸੀਂ ਕਹਿੰਦੇ ਹੋ ਲੋਕੀ ਕੀ ਦੇਖਣਗੇ? ਤੇ 5 ਸਾਲ ਤੁਸੀਂ ਕੀ ਕਰਦੇ ਪਏ ਸੀਗੇ? ਕੀ ਸੋਚ ਕੇ ਆਏ ਸੀ ਸੱਤਾ ਦੇ ਵਿੱਚ? ਕੀ ਸੋਚ ਕੇ ਹੁਣ ਦੁਬਾਰਾ ਚੁਣਾਵ ਚ ਗਏ ਸੀਗੇ? ਕਹਿ ਦਿੰਦੇ ਲੋਕਾਂ ਨੂੰ ਅਸੀਂ ਨਹੀਂ ਕਰ ਸਕਦੇ, ਸੱਤਾ ਨਹੀਂ ਚਲਾ ਸਕਦੇ, ਅਸੀਂ ਨਸ਼ਾ ਨਹੀਂ ਖਤਮ ਕਰ ਸਕਦੇ, ਸਾਨੂੰ ਵੋਟਾਂ ਨਾ ਪਾਈਓ। ਤੁਸੀਂ ਤਾਂ ਵੋਟਾਂ ਮੰਗਦੇ ਪਏ ਸੀਗੇ, ਫਿਰ ਲੋਕਾਂ ਨੂੰ ਬੇਵਕੂਫ ਬਣਾ ਰਹੇ ਸੀਗੇ, ਲੋਲੀਪੌਪ ਦੇ ਰਹੇ ਸੀਗੇ। ਇੱਦਾਂ ਵੀ ਕੋਈ ਇਰਰਿਸਪੌਂਸਿਬਲ ਸਟੇਟਮੈਂਟ ਤੁਹਾਡੇ ਵਰਗੀ ਹੋ ਸਕਦੀ? ਤੁਹਾਡੇ ਵਰਗੇ ਸਿਆਣੇ ਬੰਦੇ ਕੋਲ ਇਰਰਿਸਪੌਂਸਿਬਲ ਸਟੇਟਮੈਂਟ ਸੋਚ ਵੀ ਨਹੀਂ ਸਕਦੇ ਅਸੀਂ ਤੁਸੀਂ ਇਹੋ ਜਿਹੀ ਇਰਰਿਸਪੌਂਸਿਬਲ ਸਟੇਟਮੈਂਟ ਦਿਓਗੇ। ਮੈਂ ਮੰਨਦਾ ਤੁਹਾਡੇ ਕੋਲ ਕਹਿਣ ਨੂੰ ਕੁਝ ਨਹੀਂ ਹੈਗਾ, ਤੁਸੀਂ ਆਪ ਅੰਦਰੋਂ ਆਹਤ ਹੋਵੋਗੇ ਕਿ ਮੇਰੀ ਸਰਕਾਰ ਨੇ ਕੀਤਾ ਕੀ ਹੈ, ਮੇਰੇ ਕਾਂਗਰਸੀ ਨੇਤਾਵਾਂ ਨੇ ਕੀਤਾ ਕੀ ਹੈ। ਮੈਂ ਜਾਣਦਾ ਤੁਹਾਨੂੰ ਚੰਗੀ ਤਰ੍ਹਾਂ, ਤੁਸੀਂ ਆਪ ਅੰਦਰੋਂ ਆਹਤ ਹੋਵੋਗੇ। ਤੁਹਾਨੂੰ ਨਹੀਂ ਕਿਹਾ ਜਾਂਦਾ ਤੁਹਾਡੇ ਕੋਲੋਂ, ਕਿਉਂਕਿ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਪਾਰਟੀ ਸਪੋਕਸਪਰਸਨ ਹੈਗੇ। ਤੁਹਾਡੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ। ਜੇ ਰੋਜ਼ ਸੀਗਾ ਤੇ ਅੱਜ ਬੀਐਸਐਫ ਦਾ ਦਾਇਰਾ ਵਧਾਇਆ, ਰੋਜ਼ ਡਰੱਗਸ ਫੜੀਆਂ ਜਾ ਰਹੀਆਂ ਨੇ। ਤੁਸੀਂ ਅੰਦਾਜ਼ਾ ਲਾ ਲਓ ਪਲੀਜ਼, ਅੱਜ ਰੋਜ਼ ਬੀਐਸਐਫ ਰੋਜ਼ ਡਰੱਗਸ ਫੜ ਰਹੀ ਆ, ਕਰੋੜਾਂ ਰੁਪਏ ਦੀ ਹੈਰੋਇਨ, ਕਰੋੜਾਂ ਦਾ ਕ੍ਰਾਸ ਬਾਰਡਰ ਆਂਦਾ, ਰੋਜ਼ ਬੀਐਸਐਫ ਫੜਦੀ ਪਈ ਆ। ਜੋ ਬੀਐਸਐਫ ਦਾ ਦਾਇਰਾ ਵਧਾਇਆ ਸੀ ਤੁਸੀਂ ਚੀਕਾਂ ਮਾਰਦੇ ਸੀਗੇ, ਕਿਆ ਕੀ ਹੋ ਗਿਆ? ਕੀ ਹੋ ਗਿਆ? ਪੰਜਾਬ ਦੀ ਹੋਣ ਨੂੰ ਖਤਮ ਕਰਨ ਲੱਗ ਪਏ। ਅੱਜ ਬੀਐਸਐਫ, ਅੱਜ ਆਪਾਂ ਰੋਜ਼ ਅਖਬਾਰਾਂ 'ਚ ਪੜ੍ਹਦੇ ਆ ਕਿ ਜਦੋਂ ਦਾ ਇਹ ਦਾਇਰਾ ਵਧਿਆ ਉਦੋਂ ਤੋਂ ਬੀਐਸਐਫ ਨੇ ਬਹੁਤ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਔਰ ਬਹੁਤ ਵੱਡੀ ਮਾਤਰਾ 'ਚ ਡਰੱਗ ਫੜੀ ਹੈ। ਮੈਂ ਠੀਕ ਹੈ, ਰਾਜਨੀਤਿਕ ਆਪਣੀ ਥਾਂ ਤੇ ਹੈ। ਆਪ ਵਾਲੇ ਕਹਿ ਰਹੇ ਜਿਵੇਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਦਿੱਲੀ 'ਚ ਤੇ ਹਰ ਮਹੱਲੇ ਤੁਸੀਂ ਦਾਰੂ ਦੇ ਠੇਕੇ ਖੋਲ ਦਿੱਤੇ, ਇੱਥੇ ਤੁਸੀਂ ਕਹਿੰਦੇ ਹੋ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਚਲੋ ਇਹ ਸਾਰੀ ਰਾਜਨੀਤੀ ਹੈ, ਲੇਕਿਨ ਬਦਵਾ ਜੀ ਇਹ ਬਹੁਤ ਗੰਭੀਰ ਮਾਮਲਾ ਹੈ ਔਰ ਮੈਂ ਸਮਝਦਾ ਹੈਗਾ ਇਹਦੇ ਵਾਸਤੇ ਜਦ ਤੱਕ ਪੋਲੀਟੀਕਲ ਵਿਲ ਨਹੀਂ ਨਾ ਹੋਏਗੀ ਜੀ। ਦੇਖੋ ਐਡਮਿਨਿਸਟ੍ਰੇਸ਼ਨ ਚੱਲਦੀ ਹੈ ਪੋਲੀਟੀਕਲ ਵਿਲ ਦੇ ਹਿਸਾਬ ਨਾਲ। ਜਦੋਂ ਪੋਲੀਟੀਕਲ ਵਿਲ ਆ ਗਈ ਕਿ ਅਸੀਂ ਪੰਜਾਬ 'ਚੋਂ ਅੱਤਵਾਦ ਖਤਮ ਕਰਨਾ ਹੈ, ਉਹੀ ਪੁਲਿਸ ਸੀਗੀ, ਉਸਨੇ ਖਤਮ ਕੀਤਾ ਔਰ ਉਹੀ ਐਡਮਿਨਿਸਟ੍ਰੇਸ਼ਨ ਸੀਗੀ। ਹੁਣ ਵੀ ਮੈਂ ਤੁਹਾਨੂੰ ਯਕੀਨ ਦਿਲਾਨਾ 10 ਮਾਰਚ ਦੇ ਬਾਅਦ ਜੇ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਮਿਲਦਾ, ਅਸੀਂ ਪੂਰਨ ਰੂਪ ਦੇ ਵਿੱਚ ਡਰੱਗ ਮੁਕਤ ਪੰਜਾਬ ਬਣਾਉਣ ਵਾਸਤੇ ਕੰਮ ਕਰਾਂਗੇ। ਔਰ ਇਹ ਚਲੋ ਮੈਂ ਕਹਿੰਦਾ ਕਿਸੇ ਕੋਈ ਪੋਲੀਟੀਕਲ ਪਾਰਟੀ ਹੋ, ਇਹ 'ਚ ਪੋਲੀਟੀਕਲ ਵਿਲ ਜਦ ਤੱਕ ਨਹੀਂ ਆਏਗੀ ਕਿ ਅਸੀਂ ਇਸ ਬਿਮਾਰੀ ਨੂੰ ਪੰਜਾਬ ਤੋਂ ਖਤਮ ਕਰਨਾ, ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈਗਾ, ਤਦ ਤੱਕ ਇਹਦਾ ਹੱਲ ਨਹੀਂ ਹੋ ਸਕਦਾ। ਜੇ ਆਪਾਂ ਇਹ ਜੋ ਪੈਸੇ ਲੱਭਣ ਲੱਗ ਪਾਂਗੇ, ਕੋਈ ਪੋਲੀਟੀਕਲ ਪਾਰਟੀ ਹੋਵੇ, ਕੋਈ ਪੋਲੀਟੀਸ਼ੀਅਨ ਹੋਵੇ, ਮੈਂ ਮਤਲਬ ਹੁਣ ਕਿਉਂਕਿ ਆਪਾਂ ਲਾਸਟ ਉਹਦੇ ਫੇਸ 'ਚ ਹੈਗੇ ਆ, ਰਾਜਨੀਤੀ ਕਰਨੀ ਬਹੁਤ ਗੱਲਾਂ ਆਪਾਂ ਕਰ ਸਕਦੇ ਆ, ਕੀਤੀਆਂ ਵੀ ਨੇ, ਲੇਕਿਨ ਇਸ ਵੇਲੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਔਰ ਉਹਦੇ ਵਾਸਤੇ ਪੋਲੀਟੀਕਲ ਵਿਲ ਦੀ ਲੋੜ ਹੈ। ਇਹ ਨਹੀਂਗਾ ਕਿ ਇੱਕ ਥਾਂ ਤੇ ਮੈਂ ਮੱਲੇ ਦੁਕਾਨਾਂ ਖੋਲੀ ਜਾਵਾਂ, ਦੂਜੇ ਪਾਸੇ ਆ ਕੇ ਮੈਂ ਕਹਾਂ ਜੀ ਮੈਂ ਤੇ ਪੰਜਾਬ ਮੁਕਤ ਨਸ਼ਾ ਮੁਕਤ ਕਰ ਦਾਂਗਾ। ਉਹ ਕਹਿੰਦਾ 5 ਸਾਲ ਮੈਂ ਰਾਜ ਕਰ ਲਿਆ ਜੀ, ਮੈਂ ਹੁਣ ਦੁਬਾਰਾ ਮੌਕਾ ਦੇ ਦੋ, ਮੈਂ ਨਸ਼ਾ ਮੁਕਤ ਪੰਜਾਬ ਕਰਾਂਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹਦੇ ਵਾਸਤੇ ਸਟਰੋਂਗ ਵਿਲ ਦੀ ਲੋੜ ਹੈ